हेलो स्टूडेंट्स, मैं सुखविंदर कौर असिस्टेंट प्रोफैसर डिपार्टमेंट ऑफ इकनॉमिक्स GGDST कॉलेज हरियाणा ਹੁਸ਼ਿਆਰਪੁਰ। ਅੱਜ ਦੇ ਇਸ ਲੈਕਚਰ ਦੇ ਵਿੱਚ ਅਸੀਂ ਕਾਜ਼ਸ ਆਫ ਇਨਕਰੀਜ਼ ਇਨ ਪਬਲਿਕ ਐਕਸਪੈਂਡੀਚਰ ਇਨ ਇੰਡੀਆ ਕਰਨ ਜਾ ਰਹੇ ਹਾਂ। ਇੰਡੀਆ ਵਿੱਚ ਸਰਵਜਨਕ ਖਰਚ ਵਿੱਚ ਵਾਧੇ ਦੇ ਕਾਰਨ ਇਹ ਟੌਪਿਕ ਅਸੀਂ ਕਰਨ ਜਾ ਰਹੇ ਹਾਂ। ਇੰਡੀਆ ਦਾ ਸਰਵਜਨਕ ਖਰਚ ਕਿਉਂ ਵਧਿਆ? ਪਿਛਲੇ ਲੈਕਚਰ ਦੇ ਵਿੱਚ ਵੀ ਅਸੀਂ ਕਾਜ਼ਸ ਆਫ ਇਨਕਰੀਜ਼ ਇਨ ਪਬਲਿਕ ਐਕਸਪੈਂਡੀਚਰ ਕੀਤਾ ਸੀ। ਸਰਵਜਨਕ ਖਰਚ ਵਿੱਚ ਵਾਧੇ ਦੇ ਕਾਰਨ ਅਸੀਂ ਲਾਸਟ ਲੈਕਚਰ ਦੇ ਵਿੱਚ ਵੀ ਕੀਤੇ ਸੀ, ਪਰ ਉਹ ਅਸੀਂ ਓਵਰਆਲ ਸੀ, ਮੀਨ ਸਿਰਫ ਇੰਡੀਆ ਦੇ ਪੁਆਇੰਟ ਆਫ ਵਿਊ ਤਾਂ ਨਹੀਂ ਸੀ। ਹਰੇਕ ਦੇਸ਼ ਦੇ ਵਿੱਚ ਸਰਵਜਨਕ ਵਾਧੇ ਦੇ ਜਿਹੜੇ ਸਰਵਜਨਕ ਖਰਚ ਦੇ ਵਿੱਚ ਵਾਧੇ ਦੇ ਕਾਰਨ ਸਰਵਜਨਕ ਖਰਚ ਜੋ ਕਿਸੇ ਵੀ ਦੇਸ਼ ਦੀ ਸੈਂਟਰ, ਸਟੇਟ ਅਤੇ ਲੋਕਲ ਗੌਰਮੈਂਟ ਦੁਆਰਾ ਪਬਲਿਕ ਵੈਲਫੇਅਰ ਦੇ ਲਈ, ਇਨਫਰਾਸਟਰਕਚਰ ਡਿਵੈਲਪ ਕਰਨ ਦੇ ਲਈ, ਸਿਵਲ ਐਡਮਿਨਿਸਟ੍ਰੇਸ਼ਨ ਦੇ ਲਈ, ਸ਼ਾਂਤੀ ਵਿਵਸਥਾ ਬਣਾਈ ਰੱਖਣ ਦੇ ਲਈ, ਡਿਫੈਂਸ ਦੇ ਲਈ ਕੀਤੇ ਜਾਂਦੇ ਆ ਸੈਂਟਰ, ਸਟੇਟਸ ਅਤੇ ਲੋਕਲ ਗੌਰਮੈਂਟਸ ਦੁਆਰਾ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਸਰਵਜਨਕ ਖਰਚ, ਪਬਲਿਕ ਐਕਸਪੈਂਡੀਚਰ। ਹੁਣ ਇਹ ਸੀ ਕਿ ਸਰਵਜਨਕ ਖਰਚ ਵਿੱਚ ਵਾਧੇ ਦਾ ਕੀ ਕਾਰਨ ਆ, ਇਹ ਅਸੀਂ ਲਾਸਟ ਲੈਕਚਰ ਦੇ ਵਿੱਚ ਕੀਤਾ, ਅਤੇ ਇਸ ਲੈਕਚਰ ਦੇ ਵਿੱਚ ਅਸੀਂ ਕਰਾਂਗੇ ਸਰਵਜਨਕ ਖਰਚ ਵਿੱਚ ਵਾਧੇ ਦੇ ਇੰਡੀਆ ਦੇ ਵਿੱਚ ਸਰਵਜਨਕ ਖਰਚ ਵਿੱਚ ਵਾਧੇ ਦੇ ਕਾਰਨ ਕਿਹੜੇ ਆ। ਸਭ ਤੋਂ ਪਹਿਲਾ ਜਿਹੜਾ ਕਾਰਨ ਆ ਉਹ ਹੈਗਾ ਜੀ ਐਪਲੀਕੇਸ਼ਨ ਆਫ ਵੈਗਨਰ ਲਾਅ। ਵੈਗਨਰ ਦੇ ਅਨੁਸਾਰ ਕੀ ਸੀ ਕਿ ਸਰਵਜਨਕ ਖਰਚ ਵਿੱਚ ਵਾਧੇ ਦਾ ਮੁੱਖ ਕਾਰਨ ਸਰਕਾਰ ਦੀਆਂ ਬਹੁਤ ਸਾਰੀਆਂ ਕਿਰਿਆਵਾਂ ਹੁੰਦੀਆਂ, ਜਿਵੇਂ ਇਹ ਜਿਹੜੀਆਂ ਕਿਰਿਆਵਾਂ ਡਿਵੈਲਪ ਅਤੇ ਵਿਕਾਸਾਤਮਕ ਵੀ ਹੋ ਸਕਦੀਆਂ ਅਤੇ ਗੈਰ ਵਿਕਾਸਾਤਮਕ ਵੀ ਹੋ ਸਕਦੀਆਂ, ਡਿਵੈਲਪਮੈਂਟ ਲਈ ਅਤੇ ਉਸ ਤੋਂ ਇਲਾਵਾ ਹੋਰ ਜਿਹੜੇ ਕੰਮਾਂ ਲਈ, ਲਾਈਕ ਲੋਕਾਂ ਦੇ ਕਲਿਆਣ ਵਿੱਚ ਵਾਧਾ ਕਰਨ ਲਈ ਵੀ ਸਰਕਾਰ ਖਰਚ ਕਰਦੀ ਹੈ, ਸੜਕਾਂ ਪਾਰਕਾਂ ਦਾ ਨਿਰਮਾਣ ਕਰਨ ਲਈ ਵੀ ਖਰਚ ਕਰਦੀ ਹੈ, ਅਤੇ ਬਾਹਰੀ ਤੱਤਾਂ ਦੇ ਕਾਰਨ ਵੀ ਕਈ ਵਾਰ ਸਰਵਜਨਕ ਖਰਚਾ ਜਿਹੜਾ ਬਹੁਤ ਵੱਧ ਜਾਂਦਾ, ਲਾਈਕ ਡਿਫੈਂਸ ਦੇ ਉੱਤੇ ਕੀਤਾ ਗਿਆ ਖਰਚ। ਇਸ ਲਈ ਜਿਹੜਾ ਇਹ ਖਰਚਾ ਇਹ ਡਿਵੈਲਪਮੈਂਟ ਦੇ ਲਈ, ਵਿਕਾਸ ਲਈ ਕੀਤਾ ਗਿਆ ਵੀ ਹੋ ਸਕਦਾ, ਅਤੇ ਗੈਰ ਵਿਕਾਸਾਤਮਕ ਡਿਵੈਲਪਮੈਂਟ ਤੋਂ ਬਿਨਾਂ ਬਾਕੀ ਜਗ੍ਹਾ 'ਤੇ ਕੀਤਾ ਗਿਆ ਖਰਚ ਵੀ ਹੋ ਸਕਦਾ। ਇਹ ਸਾਰੇ ਖਰਚੇ ਸਰਕਾਰਾਂ ਅੱਜ ਕੱਲ੍ਹ ਕਰਦੀਆਂ, ਇਸ ਕਰਕੇ ਸਰਕਾਰਾਂ ਦੇ ਖਰਚਿਆਂ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਾਧਾ ਉਹ ਹੋ ਗਿਆ। ਦੂਸਰਾ ਹੈਗਾ ਇਨਕਰੀਜ਼ ਇਨ ਪਾਪੂਲੇਸ਼ਨ। ਇੰਡੀਆ ਦੇ ਵਿੱਚ ਪਾਪੂਲੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ, ਕੁਆਂਟੀਟੇਟਿਵ ਵਾਧਾ ਹੋਇਆ, ਨੰਬਰਸ ਦੇ ਵਿੱਚ ਵਾਧਾ ਹੋਇਆ। ਪਾਪੂਲੇਸ਼ਨ 130 ਕਰੋੜ ਨੂੰ ਕ੍ਰੋਸ ਕਰ ਗਈ ਇੰਡੀਆ ਦੀ। ਪਾਪੂਲੇਸ਼ਨ ਦੇ ਵਿੱਚ ਵਾਧਾ ਹੀ ਨਹੀਂ ਹੋਇਆ, ਅਰਬਨਾਈਜੇਸ਼ਨ ਵੀ ਹੋਈ, ਸ਼ਹਿਰੀਕਰਨ ਦੇ ਵਿੱਚ ਵੀ ਵਾਧਾ ਹੋਇਆ। ਇਸ ਦੇ ਨਾਲ ਨਾਲ ਕੰਪੋਜੀਸ਼ਨ ਆ ਜਿਹੜੀ ਰਚਨਾ, ਉਹਦੇ ਵਿੱਚ ਵੀ ਵਾਧਾ ਹੋਇਆ। ਸਾਡੇ ਜਿਹੜੇ ਜਵਾਨ ਲੋਕ ਆ, ਯੰਗ ਪੀਪਲਸ ਦੀ ਜਿਹੜੀ ਪਾਪੂਲੇਸ਼ਨ ਆ ਉਹ ਬਹੁਤ ਜ਼ਿਆਦਾ ਹੈ, ਅਤੇ ਉਹਨਾਂ ਦੇ ਵੈਲਫੇਅਰ ਦੇ ਲਈ, ਉਹਨਾਂ ਲਈ ਇੰਪਲਾਈਮੈਂਟ ਓਪਰਚੁਨਿਟੀਜ਼ ਜਨਰੇਟ ਕਰਨ ਦੇ ਲਈ ਸਰਕਾਰ ਨੂੰ ਬਹੁਤ ਜ਼ਿਆਦਾ ਖਰਚ ਕਰਨਾ ਪੈਂਦਾ। ਅਤੇ ਉਹ ਤੋਂ ਬਾਅਦ ਸਕੂਲ ਜਾਣ ਵਾਲੀ ਜਨਸੰਖਿਆ ਦੇ ਵਿੱਚ ਵੀ ਵਾਧਾ ਹੋਇਆ, ਇਸ ਲਈ ਨੰਬਰ ਆਫ ਸਕੂਲਸ, ਕਾਲਜਸ ਦੇ ਵਿੱਚ ਵੀ ਵਾਧਾ ਕਰਨਾ ਪਿਆ। ਇਸ ਕਰਕੇ ਸਰਕਾਰਾਂ ਦੇ ਖਰਚਿਆਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਗਿਆ। ਉਸ ਤੋਂ ਬਾਅਦ ਇਨਕਰੀਜ਼ ਇਨ ਸੋਸ਼ਲ ਸਰਵਿਸਿਜ਼। ਹੁਣ ਸਰਕਾਰਾਂ ਸਿਰਫ ਉਹ ਪੁਲਿਸ ਸਟੇਟਸ ਤਾਂ ਰਹੀਆਂ ਨਹੀਂ, ਹੁਣ ਸਰਕਾਰਾਂ ਬਹੁਤ ਸਾਰੇ ਸੋਸ਼ਲ ਵੈਲਫੇਅਰ ਦੇ ਕੰਮ ਵੀ ਕਰਦੀਆਂ, ਸੋਸ਼ਲ ਸਰਵਿਸਿਜ਼ ਵੀ ਕਰਦੀਆਂ, ਅਤੇ ਉਹਨਾਂ ਦੇ ਲਈ ਵੀ ਸਰਕਾਰਾਂ ਦੇ ਖਰਚਿਆਂ ਦੇ ਵਿੱਚ ਤਾਂ ਕਰਕੇ ਵਾਧਾ ਹੋ ਗਿਆ। 2003-04 ਦੇ ਵਿੱਚ ਸਰਕਾਰ ਟੋਟਲ ਬਜਟ ਦਾ 10.46% ਸੀ ਜਿਹੜਾ ਸਮਾਜਿਕ ਸੇਵਾਵਾਂ 'ਤੇ ਖਰਚ ਕਰਦੀ ਸੀ, ਅਤੇ ਹੁਣ ਇਹ ਜਿਹੜਾ ਪਰਸੈਂਟੇਜ ਆ, ਕੇਂਦਰੀ ਸਰਕਾਰ ਨੇ ਆਪਣੇ ਕੁੱਲ ਖਰਚ ਦਾ 45.48% ਆ ਜਿਹੜਾ ਉਹ ਸਮਾਜਿਕ ਸੇਵਾਵਾਂ ਦੇ ਉੱਤੇ ਖਰਚ ਕੀਤਾ 2013-14 ਦੇ ਬਜਟ ਦੇ ਵਿੱਚ। ਉਸ ਤੋਂ ਬਾਅਦ ਜੀ ਇਨਕਰੀਜ਼ ਇਨ ਸੋਸ਼ਲ ਸਿਕਿਉਰਿਟੀ ਐਂਡ ਸੋਸ਼ਲ ਵੈਲਫੇਅਰ। ਹੁਣ ਸਰਕਾਰਾਂ ਨੇ ਸੋਸ਼ਲ ਵੈਲਫੇਅਰ ਦੇ ਕੰਮਾਂ ਦੇ ਵਿੱਚ ਵੀ ਵਾਧਾ ਕਰ ਦਿੱਤਾ। ਸੋਸ਼ਲ ਸਿਕਿਉਰਿਟੀ ਸਕੀਮਸ ਆ ਜਿਹੜੀਆਂ, ਸਪੈਸ਼ਲੀ ਲਾਈਕ ਓਲਡ ਏਜ ਪੈਨਸ਼ਨ, ਬਿਮਾਰੀ ਭੱਤਾ, ਜਣੇਪਾ ਲਾਭ, ਉਸ ਤੋਂ ਬਾਅਦ ਦੁਰਘਟਨਾ ਬੀਮਾ, ਮੌਤ ਮੁਆਵਜ਼ਾ, ਇਹ ਸਰਕਾਰ ਨੇ ਸਾਰੇ ਕੰਮ ਜਿਹੜੇ ਉਹ ਕਰਨੇ ਸ਼ੁਰੂ ਕਰ ਦਿੱਤੇ ਆ, ਜਿਨ੍ਹਾਂ ਦੇ ਕਰਕੇ ਵੀ ਸਰਕਾਰਾਂ ਦੇ ਖਰਚਿਆਂ ਦੇ ਵਿੱਚ ਵਾਧਾ ਹੋ ਗਿਆ, ਬਹੁਤ ਜ਼ਿਆਦਾ ਵਾਧਾ ਹੋ ਗਿਆ। ਅਰਬਨਾਈਜੇਸ਼ਨ, ਬਹੁਤ ਜ਼ਿਆਦਾ ਸ਼ਹਿਰੀਕਰਨ ਹੋ ਗਿਆ, ਅਤੇ ਸ਼ਹਿਰਾਂ ਦੇ ਵਿੱਚ ਜਿਹੜੀ ਕਾਸਟ ਆਫ ਲਿਵਿੰਗ ਆ ਉਹ ਪਿੰਡਾਂ ਦੇ ਬਨਸਪਤ, ਪਿੰਡਾਂ ਦੇ ਮੁਕਾਬਲੇ ਥੋੜ੍ਹੀ ਜ਼ਿਆਦਾ ਹੁੰਦੀ ਹੈ। ਜਿਸ ਤਰ੍ਹਾਂ 1951 ਦੇ ਵਿੱਚ ਇੰਡੀਆ ਦੇ ਵਿੱਚ ਟੋਟਲ ਪਾਪੂਲੇਸ਼ਨ ਦਾ ਲਗਭਗ 17% ਸੀ ਜਿਹੜਾ ਸ਼ਹਿਰਾਂ 'ਚ ਰਹਿੰਦਾ ਸੀ, ਅਤੇ 2011 ਦੇ ਵਿੱਚ 35% ਹੋ ਗਿਆ। ਨੈਕਸਟ ਹੈਗਾ ਜੀ ਐਕਸਟੈਂਸ਼ਨ ਆਫ ਪਬਲਿਕ ਸੈਕਟਰ ਐਂਡ ਨੈਸ਼ਨਲਾਈਜੇਸ਼ਨ। ਪਬਲਿਕ ਸੈਕਟਰ ਦੇ ਵਿੱਚ ਵਾਧਾ ਹੋਇਆ। ਸਰਕਾਰਾਂ ਹੁਣ ਬਹੁਤ ਸਾਰੇ ਕੰਮ ਆ ਜਿਹੜੇ ਸਰਕਾਰਾਂ ਆਪ ਕਰਦੀਆਂ, ਲਾਈਕ ਰੇਲਾਂ, ਸੜਕਾਂ, ਬਿਜਲੀ, ਕੋਲਾਖਾਨਾ, ਬੈਂਕਿੰਗ, ਬਾਜੂ, ਏਅਰਫੋਰਸ, ਹਵਾਈ ਸੇਵਾਵਾਂ, ਡਾਕ ਟੈਲੀਫੋਨ ਸੇਵਾਵਾਂ, ਇਹਨਾਂ 'ਤੇ ਸਰਕਾਰਾਂ ਆਪ ਖਰਚ ਕਰਦੀਆਂ। 1951 ਦੇ ਵਿੱਚ
ਸਾਰਵਜਨਿਕ ਉੱਦਮਾਂ 'ਤੇ 29 ਕਰੋੜ ਦਾ ਨਿਵੇਸ਼ ਕੀਤਾ ਗਿਆ ਸੀ ਅਤੇ 2013-14 ਦੇ ਵਿੱਚ ਦੇਸ਼ ਦੇ ਵਿੱਚ 17,44,321 ਕਰੋੜ ਦਾ ਨਿਵੇਸ਼ ਜਿਹੜਾ ਕੀਤਾ ਗਿਆ। ਉਸ ਤੋਂ ਬਾਅਦ ਜੀ ਇਕਨੋਮਿਕ ਪਲੈਨਿੰਗ, ਜਿਸ ਤਰ੍ਹਾਂ ਤੁਸੀਂ ਜਾਣਦੇ ਹੀ ਹੋ ਕਿ ਇੰਡੀਆ ਦੀ ਜਿਹੜੀ ਪਲੈਨਿੰਗ ਆ, ਇਹ ਇੰਡੀਆ ਦੀ ਜਿਹੜੀ ਡਿਵੈਲਪਮੈਂਟ ਹੈ ਪਲੈਨਿੰਗ 'ਤੇ ਡਿਪੈਂਡ ਹੈ, ਪਲੈਨਿੰਗ ਬੇਸਡ ਹੈ। ਇੰਡੀਆ ਨੇ 1950 ਦੇ ਵਿੱਚ ਪਲੈਨਿੰਗ ਕਮਿਸ਼ਨ ਜਿਹੜਾ ਉਹ ਬਣਾਇਆ, ਔਰ ਪਲੈਨਿੰਗ ਕਮਿਸ਼ਨ ਨੇ 1951 ਦੇ ਵਿੱਚ ਪਹਿਲੀ 5 ਸਾਲਾ ਯੋਜਨਾ ਜਿਹੜੀ ਲਿਆਂਦੀ। ਯੋਜਨਾਵਾਂ ਦੇ ਆਧਾਰ ਦੇ ਉੱਤੇ ਇੰਡੀਆ ਦੇ ਵਿੱਚ ਜਿਹੜੀ ਡਿਵੈਲਪਮੈਂਟ ਦੀ ਜਿਹੜੀ ਪ੍ਰਕਿਰਿਆ ਆ, ਵਿਕਾਸ ਪ੍ਰਕਿਰਿਆ ਸ਼ੁਰੂ ਕੀਤੀ ਗਈ। ਅਤੇ ਹੁਣ ਪਲੈਨਿੰਗ ਜਦੋਂ ਪਹਿਲਾਂ ਹੀ ਕੀਤੀ ਜਾਂਦੀ ਹੈ ਤਾਂ ਬਿਨਾਂ ਸ਼ੱਕ ਖਰਚੇ ਜਿਹੜੇ ਪਹਿਲਾਂ ਹੀ ਡਿਸਾਈਡ ਕੀਤੇ ਜਾਂਦੇ ਆ, ਅਤੇ ਉਹ ਹਰੇਕ ਪਲੈਨਿੰਗ ਦੇ ਵਿੱਚ ਜਿਹੜੇ ਖਰਚੇ ਆ ਉਹ ਲਗਾਤਾਰ ਵੱਧਦੇ ਹੀ ਪਏ ਆ। 1951 ਦੇ ਵਿੱਚ ਪਲੈਨਿੰਗ ਸ਼ੁਰੂ ਕੀਤੀ ਗਈ ਸੀ, ਪਰ ਹੁਣ ਜਿਹੜੇ ਖਰਚੇ ਆ ਇਹ ਬਹੁਤ ਜ਼ਿਆਦਾ ਵੱਧ ਗਏ ਆ। ਪਹਿਲੀ ਯੋਜਨਾ ਦੇ ਮੁਕਾਬਲੇ 7ਵੀਂ ਯੋਜਨਾ ਦੇ ਵਿੱਚ 113 ਗੁਣਾ ਜਿਹੜਾ ਟੋਟਲ ਖਰਚਾ ਸੀ ਉਹ ਵਧੇਰੇ ਸੀ। ਮਤਲਬ ਪਹਿਲੀ ਯੋਜਨਾ 'ਚ ਜਿੰਨਾ ਟੋਟਲ ਸਰਕਾਰੀ ਖਰਚਾ ਸੀਗਾ, ਸਾਰਵਜਨਿਕ ਖਰਚ ਕੀਤਾ ਗਿਆ, ਨਿਸ਼ਚਿਤ ਕੀਤਾ ਗਿਆ ਸੀਗਾ, ਉਹ 7ਵੀਂ ਯੋਜਨਾ ਦੇ ਵਿੱਚ ਉਸ ਦੇ ਨਾਲੋਂ 113 ਗੁਣਾ ਵੱਧ ਸੀ। ਇਸ ਤਰ੍ਹਾਂ ਸਰਕਾਰਾਂ ਦੇ ਖਰਚਿਆਂ 'ਚ ਵਾਧਾ ਹੋ ਗਿਆ। ਉਸ ਤੋਂ ਬਾਅਦ ਜੀ ਇਨਕਰੀਜ਼ ਇਨ ਡਿਫੈਂਸ। ਹੁਣ ਕਿਉਂਕਿ ਹਰੇਕ ਦੇਸ਼ ਆ ਜਿਹੜਾ ਉਹ ਪਰਮਾਣੂ ਦੇ ਨਾਲ, ਪਰਮਾਣੂ ਹਥਿਆਰਾਂ ਨਾਲ ਲੈਸ ਹੈ। ਇਸ ਦੇ ਨਾਲ ਤੁਹਾਨੂੰ ਆਪ ਵੀ ਆਪਣਾ ਡਿਫੈਂਸ ਜਿਹੜਾ ਸਟਰੋਂਗ ਕਰਨਾ ਪੈਂਦਾ। ਚਾਈਨਾ, ਪਾਕਿਸਤਾਨ ਸਾਡੇ ਜਿਹੜੇ ਗੁਆਂਢੀ ਆ, ਉਹਨਾਂ ਤੋਂ ਲਗਾਤਾਰ ਖਤਰਾ ਬਣਿਆ ਹੋਇਆ। ਸਾਨੂੰ ਆਪਣੀ ਏਅਰ ਫੋਰਸ ਦੇ ਉੱਤੇ, ਆਪਣੀ ਆਰਮੀ ਦੇ ਉੱਤੇ, ਆਪਣੀ ਨੇਵੀ ਦੇ ਉੱਤੇ ਬਹੁਤ ਜ਼ਿਆਦਾ ਖਰਚਾ, ਉਹਨਾਂ ਦੀ ਮਾਡਰਨਾਈਜੇਸ਼ਨ ਦੇ ਉੱਤੇ, ਨਵੇਂ ਜਹਾਜ਼ਾਂ ਦੇ ਉੱਤੇ, ਨਵੇਂ ਹਵਾਈ ਜਹਾਜ਼ਾਂ 'ਤੇ, ਨਵੇਂ ਸਮੁੰਦਰੀ ਜਹਾਜ਼ਾਂ 'ਤੇ, ਫੌਜੀਆਂ ਦੇ ਅਸਲੇ ਦੇ ਉੱਤੇ ਬਹੁਤ ਜ਼ਿਆਦਾ ਖਰਚਾ ਜਿਹੜਾ ਕਰਨਾ ਪੈਂਦਾ। 1960-61 ਦੇ ਵਿੱਚ 1960-61 ਦੇ ਵਿੱਚ ਜਿਹੜਾ ਰੱਖਿਆ ਖਰਚ ਸੀ ਉਹ 283 ਕਰੋੜ ਰੁਪਏ ਦਾ ਸੀ, ਅਤੇ ਹੁਣ ਜਿਹੜਾ ਇਹ ਖਰਚਾ 2014-15 ਦੇ ਵਿੱਚ ਇਹ 1,34,412 ਕਰੋੜ ਰੁਪਏ ਦਾ ਹੋ ਗਿਆ। ਉਸ ਤੋਂ ਬਾਅਦ ਸਿਵਲ ਐਡਮਿਨਿਸਟ੍ਰੇਸ਼ਨ, ਨਾਗਰਿਕ ਪ੍ਰਸ਼ਾਸਨ। ਹੁਣ ਸਰਕਾਰਾਂ ਨਾਗਰਿਕ ਪ੍ਰਸ਼ਾਸਨ ਦੇ ਲਈ ਕੇਂਦਰੀ ਸਰਕਾਰਾਂ, ਸੈਂਟਰ ਸਰਕਾਰਾਂ, ਪੁਲਿਸ, ਕਾਨੂੰਨ ਵਿਵਸਥਾ ਨੂੰ ਬਣਾਈ ਰੱਖਣ ਦੇ ਲਈ, ਟੈਕਸ ਦੀ ਵਸੂਲੀ ਦੇ ਲਈ ਵੀ ਖਰਚ ਕਰਦੀਆਂ, ਔਰ ਇਹਨਾਂ ਦੇ ਵਿੱਚ ਵੀ ਵਾਧਾ ਹੋਇਆ। 1950-51 ਦੇ ਵਿੱਚ ਜਿਹੜਾ ਖਰਚਾ ਸੀਗਾ ਇਹ 43 ਕਰੋੜ ਰੁਪਏ ਦਾ ਸੀ, ਅਤੇ 13-14 ਦੇ ਵਿੱਚ ਜਿਹੜਾ ਇਹ ਖਰਚਾ ਸੀ ਇਹ 3,80,272 ਕਰੋੜ ਦਾ ਹੋ ਗਿਆ। ਉਸ ਤੋਂ ਬਾਅਦ ਗਰੋਥ ਆਫ ਫਿਸਕਲ ਸਿਸਟਮ, ਰਾਜਕੋਸ਼ੀ ਪ੍ਰਣਾਲੀ ਦਾ ਵਿਕਾਸ ਹੋ ਗਿਆ। ਹੁਣ ਆਪਣੀ ਆਮਦਨ ਦੀਆਂ ਲੋੜਾਂ ਦੀ ਪੂਰਤੀ ਲਈ ਸਰਕਾਰ ਨੂੰ ਟੈਕਸ ਜਿਹੜਾ ਕਲੈਕਟ ਕਰਨਾ ਪੈਂਦਾ ਅਤੇ ਕਰਜ਼ਿਆਂ ਦਾ ਪ੍ਰਬੰਧ ਵੀ ਕਰਨਾ ਪੈਂਦਾ। ਇਸ ਲਈ ਇੱਕ ਵਿਆਪਕ ਜਿਹੜੀ ਰਾਜਕੋਸ਼ੀ ਪ੍ਰਣਾਲੀ ਆ ਉਹ ਵਿਕਸਿਤ ਕਰਨੀ ਪਈ। ਸਮਾਂ ਜਿੱਦਾਂ ਜਿੱਦਾਂ ਬੀਤਿਆ, ਇਸ ਪ੍ਰਣਾਲੀ ਦਾ, ਰਾਜਕੋਸ਼ੀ ਨੀਤੀ ਦਾ ਵਿਕਾਸ ਹੋਇਆ, ਅਤੇ ਇਹਨਾਂ ਦੇ ਨਾਲ ਰਾਜਕੋਸ਼ੀ ਸੇਵਾਵਾਂ ਦੇ ਵਿੱਚ ਜਿਹੜਾ ਖਰਚਾ ਆ ਉਹ ਵੱਧ ਗਿਆ। ਉਸ ਤੋਂ ਬਾਅਦ ਇੰਟਰਸਟ, ਵਿਆਜ। ਹੁਣ ਸਰਕਾਰਾਂ ਆਪਣੇ ਖਰਚਿਆਂ ਨੂੰ ਪੂਰਾ ਕਰਨ ਦੇ ਲਈ ਜਦੋਂ ਘਾਟੇ ਦੇ ਬਜਟ ਆਉਂਦੇ ਆ, ਘਾਟੇ ਦੇ ਬਜਟ ਜਿਸ ਦੇ ਵਿੱਚ ਸਰਕਾਰਾਂ ਦੀ ਆਮਦਨ ਘੱਟ ਹੁੰਦੀ ਹੈ ਅਤੇ ਖਰਚਾ ਜ਼ਿਆਦਾ ਹੁੰਦਾ, ਸਰਕਾਰਾਂ ਲੋਨ ਲੈਂਦੀਆਂ, ਅਤੇ ਉਹ ਜਿਹੜੇ ਲੋਨ ਆ ਉਹ ਵਾਪਸ ਕਰਨੇ ਹੁੰਦੇ ਆ, ਉਹਨਾਂ 'ਤੇ ਵਿਆਜ ਵੀ ਵਾਪਸ ਕਰਨਾ ਹੁੰਦਾ। ਦੈਨ ਉਹ ਵਿਆਜ ਵਾਪਸ ਕਰਨ ਦੇ ਕਰਕੇ ਲਗਾਤਾਰ ਲੋਨ ਵੱਧਦੇ ਜਾ ਰਹੇ ਆ, ਲਗਾਤਾਰ ਇੰਟਰਸਟ ਦੀ ਅਮਾਊਂਟ ਵੱਧਦੀ ਜਾ ਰਹੀ ਹੈ, ਅਤੇ ਸਰਕਾਰਾਂ ਦੇ ਖਰਚਿਆਂ ਦੇ ਵਿੱਚ ਲਗਾਤਾਰ ਜਿਹੜਾ ਵਾਧਾ ਉਹ ਹੁੰਦਾ ਜਾ ਰਿਹਾ। ਨੈਕਸਟ ਹੈਗਾ ਜੀ ਐਸਟੈਬਲਿਸ਼ਮੈਂਟ ਆਫ ਡੈਮੋਕ੍ਰੇਸੀ। ਹੁਣ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਗੱਲ ਕੀਤੀ, ਸਟਾਰਟਿੰਗ ਇਸ ਚੈਪਟਰ ਦੀ ਸਟਾਰਟਿੰਗ 'ਤੇ ਗੱਲ ਕੀਤੀ ਸੀ, ਹੁਣ ਸਰਕਾਰਾਂ ਜਿਹੜੀਆਂ ਆ ਉਹ ਪੁਲਿਸ ਸਟੇਟਸ ਨਹੀਂ ਆ, ਵੈਲਫੇਅਰ ਸਟੇਟਸ ਆ। ਹੁਣ ਲੋਕਤੰਤਰ ਜਿਹੜਾ ਸਥਾਪਿਤ ਹੋ ਚੁੱਕਾ। ਲੋਕਤੰਤਰ ਦੇ ਸਥਾਪਿਤ ਹੋਣ ਦੇ ਨਾਲ ਰਾਸ਼ਟਰਪਤੀਆਂ ਦੇ ਸੈਕਟਰੀਏਟ, ਵਿਧਾਨ ਕੌਂਸਲਾਂ, ਮੰਤਰਾਲੇ, ਗਵਰਨਰਾਂ ਦੇ ਖਰਚੇ ਇਹ ਸਾਰੇ ਹੈਗੇ ਆ, ਜਿਹਦੇ ਨਾਲ ਖਰਚਿਆਂ ਦੇ ਵਿੱਚ ਵਾਧਾ ਹੋ ਗਿਆ। ਉਸ ਤੋਂ ਬਾਅਦ ਮੈਂਬਰਸ਼ਿਪ ਆਫ ਇੰਟਰਨੈਸ਼ਨਲ ਔਰਗਨਾਈਜੇਸ਼ਨਸ, ਇੰਡੀਆ UNO ਯੂਨਾਈਟਿਡ ਨੇਸ਼ਨ ਔਰਗਨਾਈਜੇਸ਼ਨ, WHO ਵਰਲਡ ਹੈਲਥ ਔਰਗਨਾਈਜੇਸ਼ਨ, ਇੰਟਰਨੈਸ਼ਨਲ ਲੇਬਰ ਔਰਗਨਾਈਜੇਸ਼ਨ ILO ਆਦਿ ਦਾ ਮੈਂਬਰ ਹੈ। ਅਤੇ ਇਹਨਾਂ ਦੇ ਕਰਕੇ ਸਾਨੂੰ ਦੂਸਰੇ ਦੇਸ਼ਾਂ ਵਿੱਚ ਆਪਣੀਆਂ ਐਮਬੈਸੀਜ਼ ਵੀ ਸਥਾਪਿਤ ਕਰਨੀਆਂ ਪਈਆਂ। ਇਹਨਾਂ ਮੈਂਬਰਸ, ਇਹਨਾਂ ਔਰਗਨਾਈਜੇਸ਼ਨਸ ਦਾ ਮੈਂਬਰ ਹੋਣ ਦੇ ਕਰਕੇ ਇਹਨਾਂ ਦੇ ਲਾਅ, ਇਹਨਾਂ ਦੀਆਂ ਰੈਗੂਲੇਸ਼ਨਸ ਵੀ ਫੋਲੋ ਕਰਨੀਆਂ ਪੈਂਦੀਆਂ, ਜਿਸ ਕਰਕੇ ਸਰਕਾਰੀ ਖਰਚਿਆਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਜਿਹੜਾ ਹੋ ਗਿਆ ਇੰਡੀਆ ਦੇ ਵਿੱਚ ਸਪੈਸ਼ਲੀ। ਉਸ ਤੋਂ ਬਾਅਦ ਇਨਕਰੀਜ਼ ਇਨ ਪ੍ਰਾਈਜ਼ਸ, ਲਗਾਤਾਰ ਕੀਮਤਾਂ ਦੇ ਵਿੱਚ ਵਾਧਾ ਹੋ ਰਿਹਾ। ਸਭ ਤੋਂ ਪਹਿਲਾ ਵਾਧਾ ਜਿਹੜਾ ਇੰਡੀਆ 'ਚ 1956 'ਚ ਦੇਖਣ ਨੂੰ ਮਿਲਿਆ ਸੀ, ਉਸ ਤੋਂ ਬਾਅਦ ਤਾਂ ਲਗਾਤਾਰ ਵਾਧਾ ਹੋ ਰਿਹਾ, ਦਿਨ ਪ੍ਰਤੀ ਦਿਨ ਵਾਧਾ ਹੋ ਰਿਹਾ। ਹੁਣ ਵੱਧ ਸਰਕਾਰੀ ਕਰਮਚਾਰੀਆਂ ਨੂੰ ਵਾਧੂ ਸੈਲਰੀ ਦੇਣੀ ਪੈਂਦੀ ਹੈ, ਵਾਧੂ ਮਹਿੰਗਾਈ ਭੱਤਾ ਦੇਣਾ ਪੈਂਦਾ, ਵਾਧੀ ਪੈਨਸ਼ਨ ਦੇਣੀ ਪੈਂਦੀ ਹੈ, ਜਿਸ ਕਰਕੇ ਸਰਕਾਰ ਦਾ ਜਿਹੜਾ ਖਰਚਾ ਇਸ ਕਰਕੇ ਵੀ ਵੱਧ ਗਿਆ। ਅਤੇ ਇਹ ਸਾਰੇ ਉਹ ਕਾਰਨ ਆ ਜਿਹੜੇ ਆਪਾਂ ਹੁਣੇ ਡਿਸਕਸ ਕੀਤੇ। ਇਸ ਤੋਂ ਇਲਾਵਾ ਸਰਕਾਰਾਂ
ਮਿਸਲੇਨੀਅਸ 'ਚ ਪਾ ਸਕਦੇ ਹਾਂ ਆਪਾਂ। ਪ੍ਰਾਈਵੇਟ ਸੈਕਟਰ ਨੂੰ ਜਾਂ ਐਗਰੀਕਲਚਰ ਸੈਕਟਰ ਨੂੰ ਪ੍ਰਮੋਟ ਕਰਨ ਦੇ ਲਈ ਸਬਸਿਡੀ ਪ੍ਰੋਵਾਈਡ ਕਰਦੀਆਂ ਸਰਕਾਰਾਂ ਜਿਹੜੀਆਂ ਆ ਉਹਨਾਂ ਨੂੰ ਕਈ ਵਾਰ ਐਮਰਜੈਂਸੀਜ਼ ਜਿਹੜੀਆਂ ਆ ਜਾਂਦੀਆਂ, ਨੈਚੁਰਲ ਕਲੈਮਿਟੀਜ਼ ਆ ਜਾਂਦੀਆਂ, ਉਹਨਾਂ ਦੇ ਉੱਤੇ ਵੀ ਖਰਚਾ ਕਰਨਾ ਪੈਂਦਾ। ਇਹਨਾਂ ਸਾਰੇ ਕਾਰਨਾਂ ਦੇ ਕਰਕੇ ਵੀ ਸਰਕਾਰੀ ਖਰਚਿਆਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ। ਔਰ ਇੰਡੀਆ ਦੇ ਵਿੱਚ ਸਰਕਾਰੀ ਖਰਚਿਆਂ ਦੇ ਵਿੱਚ, ਸਰਵਜਨਕ ਖਰਚ ਦੇ ਵਿੱਚ ਵਾਧੇ ਦੇ ਕਾਰਨ ਆ ਜਿਹੜੇ ਅਸੀਂ ਅੱਜ ਡਿਟੇਲ ਦੇ ਵਿੱਚ ਡਿਸਕਸ ਕੀਤੇ ਆ। ਇਸ ਤੋਂ ਅੱਗੇ ਦਾ ਜਿਹੜਾ ਟੌਪਿਕ ਆ ਉਹ ਅਸੀਂ ਨੈਕਸਟ ਲੈਕਚਰਸ ਦੇ ਵਿੱਚ ਕਰਾਂਗੇ। ਥੈਂਕ ਯੂ ਬੇਟੇ।